प्यारी साध संगत जी, अंग नंबर 819 ਤੇ ਬਿਲਾਵਲ ਰਾਗ ਵਿੱਚ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰ ਰਹੇ ਹਨ, ਸਾਨੂੰ ਸੋਝੀ ਬਖਸ਼ਿਸ਼ ਕਰਦੇ ਹਨ। ਬਿਲਾਵਲ ਮਹੱਲਾ ਪੰਜਵਾਂ। ਤਰਤ ਸੁਹਾਵੀ ਸਫਲ ਥਾਨ, ਪੂਰਨ ਪਏ ਕਾਮ, ਪਉ ਨਾਠਾ ਭਰਮ ਮਿਟ ਗਿਆ, ਰਵਿਆ ਨਿਤ ਰਾਮ। ਤਰਤ ਸੁਹਾਵੀ ਸਫਲ ਥਾਨ। ਧਰਤ ਕੀ ਹੈ ਜੀ? ਸਾਡਾ ਜੋ ਸਰੀਰ ਹੈ ਉਹ ਧਰਤੀ ਹੈ, ਜਿਹਦੇ ਵਿੱਚ ਕਰਮਾਂ ਦਾ ਬੀਜ ਬੀਜਿਆ ਜਾਂਦਾ ਹੈ। ਸੁਹਾਵੀ ਸੋਹਣੀ, ਸਫਲ ਹੋ ਗਈ, ਕਾਮਯਾਬ ਹੋ ਗਈ। ਸਫਲ ਥਾਨ, ਕੀ ਸਫਲ ਹੋ ਗਿਆ? ਥਾਨ, ਥਾਨ ਮਤਲਬ ਹਿਰਦੇ ਦਾ ਥਾਨ, ਸਾਡੇ ਮਨ ਦਾ ਥਾਨ। ਪੂਰਨ ਭਏ ਕਾਮ। ਗੁਰੂ ਸਾਹਿਬ ਕਹਿੰਦੇ ਕਿ ਹੇ ਭਾਈ, ਉਸ ਮਨੁੱਖ ਦੀ ਸਰੀਰ ਰੂਪੀ ਧਰਤੀ ਸੋਹਣੀ ਹੋ ਜਾਂਦੀ ਹੈ, ਉਹਦੇ ਸਾਰੇ ਗਿਆਨ ਇੰਦਰੀ ਸੁਚੱਜੇ ਹੋ ਜਾਂਦੇ ਹੈ। ਉਹਦਾ ਮਨ, ਉਹਦਾ ਹਿਰਦਾ ਥਾਂ, ਜਿੱਥੇ ਅਸੀਂ ਉਸ ਅਕਾਲ ਪੁਰਖ ਨੂੰ ਦੇਖਣਾ ਵਸਿਆ ਹੋਇਆ, ਜੀਵਨ ਮਨੋਰਥ ਪੂਰਨ ਕਰਨ ਵਾਲਾ ਬਣ ਜਾਂਦਾ ਹੈ। ਪੂਰਨ ਭਏ ਕਾਮ, ਜੀਵਨ ਮਨੋਰਥ ਜਿਹੜਾ ਸਾਡਾ ਕੰਮ ਹੈ, ਮਨੋਰਥ ਕੀ ਹੈ ਸਾਡਾ? ਕਿਉਂ ਧਰਤੀ 'ਤੇ ਅਸੀਂ ਆਏ ਹਾਂ? ਕਿਉਂ ਅਸੀਂ ਮਨੁੱਖਾ ਜਨਮ ਵਿੱਚ ਇਹ ਜੋ ਜਨਮ ਬਤੀਤ ਕਰ ਰਹੇ ਹਾਂ? ਕੀ ਸਾਡਾ ਇਹਦੇ ਵਿੱਚ ਮਕਸਦ ਹੈ? ਕਿਉਂ ਪਰਮਾਤਮਾ ਨੇ ਸਾਨੂੰ ਇਹ ਬਰੀਆ ਦਿੱਤੀ ਹੈ? ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਕਿ ਇਸ ਜੂਨੀ ਵਿੱਚ ਆ ਕੇ ਤੂੰ ਸ਼ਬਦ ਨੂੰ ਕਮਾ ਸਕਦਾ ਹੈ। ਪਸ਼ੂ ਪੰਛੀ, ਜੀਵ ਜੰਤੂ, ਪੇੜ ਪੌਦੇ ਵਿਚਾਰੇ ਨਹੀਂ ਕਮਾ ਸਕਦੇ। ਸ਼ਬਦ ਦੀ ਸੋਝੀ ਬਖਸ਼ਿਸ਼ ਕੀਤੀ ਇਸ ਜੂਨੀ ਨੂੰ, ਸਾਡੀ ਨੂੰ। ਤੇ ਫਿਰ ਕੀ ਮਨੋਰਥ ਹੈ ਸਾਡਾ? ਕਿ ਸ਼ਬਦ ਰਾਹੀਂ ਸਿਫਤ ਸਲਾਹ ਕਰਕੇ ਅਸੀਂ ਉਸ ਪਰਮਾਤਮਾ ਨੂੰ ਕਣ ਕਣ ਵਿੱਚ ਦੇਖੀਏ ਤੇ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ। ਜਦੋਂ ਸਾਨੂੰ ਉਹ ਦੇਖਣਾ ਆ ਗਿਆ ਤਾਂ ਸਾਡੇ ਗਿਆਨ ਇੰਦਰੀ ਜੋ ਅੱਜ ਕੂੜ ਕਮਾ ਰਹੇ ਆ, ਜਦੋਂ ਉਹਦੇ ਦਰਸ਼ਨ ਕਰਨ ਲੱਗ ਜਾਣਗੇ ਤੇ ਕੂੜ ਤੋਂ ਬਾਹਰ ਹੋ ਜਾਣਗੇ, ਸੁਚੱਜੇ ਹੋ ਜਾਣਗੇ, ਤਾਂ ਫਿਰ ਸਾਡਾ ਜਿਹੜਾ ਮਨੋਰਥ ਹੈ, ਸਾਡਾ ਜਿਹੜਾ ਕੰਮ ਹੈ, ਇਸ ਜੀਵਨ ਦਾ ਕੰਮ ਕੀ ਹੈ? ਸਾਡਾ ਕੀ ਮਨੋਰਥ ਹੈ? ਕਿ ਅਸੀਂ ਜੀਵਦਿਆਂ ਮੁਕਤ ਹੋਣਾ ਹੈ, ਜਿਉਂਦੇ ਜਿਉਂਦੇ, ਮੌਤ ਤੋਂ ਪਹਿਲਾਂ ਪਹਿਲਾਂ ਉਸ ਪਰਮਾਤਮਾ ਨਾਲ ਮੇਲ ਕਰਨਾ, ਆਪਣੇ ਗਿਆਨ ਅੰਦਰਾਂ ਨੂੰ ਸ਼ੁੱਧ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਮਦੂਤਾਂ ਤੋਂ ਮਨ ਦਾ ਖਹਿੜਾ ਛਡਾਉਣਾ ਹੈ। ਛਡਾਉਣਾ ਉਸ ਅਕਾਲ ਪੁਰਖ ਨੇ, ਬਖਸ਼ਿਸ਼ ਉਹਦੀ ਹੋਣੀ ਹੈ, ਪਰ ਮਿਹਨਤ ਅਸੀਂ ਕਰਨੀ। ਅਸੀਂ ਗੁਰਬਾਣੀ ਵਿਚਾਰ ਕਰਕੇ, ਇਸ ਵਿਚਾਰਧਾਰਾ 'ਤੇ ਚੱਲ ਕੇ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਰਹਿਣਾ, ਨਿਸ ਦਿਨ ਕਰਨੀ ਹੈ, ਦਿਨ ਰਾਤ ਕਰਨੀ ਹੈ। ਫਿਰ ਸਾਡੇ ਗਿਆਨ ਇੰਦਰੀਆਂ ਦੇ ਵਿੱਚੋਂ ਇਹ ਸਾਰਾ ਕੂੜ ਨਿਕਲੂਗਾ, ਮਨ ਆਪਣੇ ਅੰਦਰ ਹਿਰਦਾ ਥਾਨ ਸੁਹਾਵਾ ਬਣਾ ਸਕੂਗਾ। ਅਤੇ ਫਿਰ ਜਿਹੜਾ ਸਾਡਾ ਕੰਮ ਹੈ, ਜੋ ਸਾਡਾ ਮਕਸਦ ਹੈ, ਇਸ ਦੁਨੀਆ ਦਾ ਜੋ ਮਨੋਰਥ ਹੈ, ਫਿਰ ਉਹ ਸਿਰੇ ਚੜ੍ਹ ਜਾਂਦਾ ਹੈ। ਪੂਰਨ ਪਏ, ਮੇਰੇ ਵਰਗਾ ਸੋਚਦਾ ਕਿ ਦੁਨਿਆਵੀ ਕੰਮ ਪੂਰੇ ਹੋ ਜਾਂਦੇ ਆ। ਜੇ ਕਿਤੇ ਇਹ ਵਾਲਾ ਹੁਕਮਨਾਮਾ ਆ ਜਾਵੇ ਅਤੇ ਫਿਰ ਘਰੇ ਮਹਾਰਾਜ ਦੀ ਸਵਾਰੀ ਲਿਆਂਦੀ ਹੋਵੇ ਅਤੇ ਉੱਪਰੋਂ ਭਾਈ ਸਾਹਿਬ ਪੜ੍ਹ ਦੇਣ ਕਿ ਤਰਤ ਸੁਹਾਵੇ ਸਫਲ ਥਾਨ, ਪੂਰਨ ਭਏ ਕਾਮ, ਕਿ ਚਲੋ ਜੀ ਸੁਹਾਵਾ ਹੋ ਗਿਆ, ਗੁਰੂ ਸਾਹਿਬ ਦਰਸ਼ਨ ਆ ਗਏ ਸਾਡੇ ਘਰੇ, ਚਰਨ ਪਾ ਗਏ, ਕੰਮ ਸਾਡੇ ਪੂਰੇ ਹੋ ਗਏ। ਦੁਨਿਆਵੀ ਚੀਜ਼ਾਂ ਨਾਲ ਹੀ ਜੋੜੀ ਜਾਂਦੇ ਹਾਂ। ਦੁਨਿਆਵੀ ਦੀ ਗੱਲ ਨਹੀਂ ਹੈ। ਜਿੱਥੇ ਵੀ ਥਾਨ ਹੈ ਗੁਰਬਾਣੀ ਵਿੱਚ, ਥਾਨ ਦਾ ਮਤਲਬ ਹੈ ਸਾਡਾ ਮਨ। ਮਨ ਨੂੰ ਪਵਿੱਤਰ ਕਰਨਾ, ਮਨ ਨੂੰ ਸ਼ੁੱਧ ਕਰਨਾ, ਮਨ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ। ਫਿਰ ਕਹਿੰਦੇ ਫਿਰ ਕੀ ਹੁੰਦਾ? ਪਉ ਨਾਠਾ ਭਰਮ ਮਿਟ ਗਿਆ, ਰਵਿਆ ਨਿਤ ਰਾਮ। ਜਿਹੜਾ ਫਿਰ ਇਨਸਾਨ, ਜਿਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਵਿੱਚ ਆ ਕੇ, ਸਾਧ ਸੰਗ ਵਿੱਚ ਟਿਕ ਕੇ, ਉਸ ਅਕਾਲ ਪੁਰਖ ਸਰਵ ਕਲਾ ਸਮਰੱਥ ਦਾਤੇ ਦਾ ਨਾਮ ਸਦਾ ਸਿਮਰਦਾ ਹੈ, ਉਹਦੇ ਮਨ ਵਿੱਚੋਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ, ਉਹ ਨਿਰਭਉ ਹੋ ਜਾਂਦਾ ਹੈ। ਪਉ ਨਾਠਾ ਭਰਮ ਮਿਟ ਗਿਆ, ਸਾਰੇ ਵਹਿਮ ਭਰਮ ਮਿਟ ਜਾਂਦੇ ਹਨ। ਰਵਿਆ ਨਿਤ ਨਾਮ, ਪਰ ਕਦੋਂ ਮਿਟਦੇ ਹੈ? ਜਦੋਂ ਨਿਤ ਉਹਦਾ ਨਾਮ ਰਵਿਆ ਮਤਲਬ ਸਿਮਰਿਆ,
ਨਿਤ ਸਿਮਰਨ ਹੈ। ਰੋਜ਼ ਸਾਨੂੰ ਆ ਤਾਕੀਦ ਕੀਤੀ ਜਾਂਦੀ ਹੈ, ਉਪਦੇਸ਼ ਦਿੱਤਾ ਜਾਂਦਾ ਹੈ ਕਿ ਨਿਤ ਸਿਮਰਨ ਹੈ, ਹਰ ਵੇਲੇ ਸਿਮਰਨ ਹੈ। ਪਰ ਅਸੀਂ ਅਜੇ ਸਿਮਰਨ ਦੇ ਨੇੜੇ ਤੇੜੇ ਨਹੀਂ ਗਏ। ਕੋਈ 2-4 ਪਲ ਸਿਮਰ ਲੈਂਦੇ ਹਾਂ ਤਾਂ ਉਹਨੂੰ ਸਿਮਰਨ ਨਹੀਂ ਕਿਹਾ ਜਾਂਦਾ। ਉਹ ਜ਼ੁਬਾਨ ਨਾਲ ਸਿਮਰ ਰਹੇ ਹਾਂ। ਜਦੋਂ ਮਨ ਆਟੋਮੈਟਿਕਲੀ ਫੁਰਨੇ ਉਹ ਸਿਮਰਨ ਦੇ ਬਣਾਈ ਜਾਵੇ, ਅਕਾਲ ਪੁਰਖ ਦੇ ਬਣਾਈ ਜਾਵੇ, ਸ੍ਰਿਸ਼ਟੀ ਵਿੱਚ ਉਹਦੀ ਹੋਂਦ ਨੂੰ ਮਹਿਸੂਸ ਕਰੀ ਜਾਵੇ, ਉਹ ਹੈ ਸਿਮਰਨਾ। ਉਦੋਂ ਫਿਰ ਮਨ ਦੀ ਭਟਕਣਾ ਮਿਟਦੀ ਹੈ, ਕਿਉਂਕਿ ਹੁਣ ਮਨ ਭਟਕ ਰਿਹਾ ਦੁਨਿਆਵੀ ਚੀਜ਼ਾਂ 'ਚ। ਉਦੋਂ ਫਿਰ ਮਨ ਨੇ ਉਲਝ ਜਾਣਾ ਉਸ ਪਰਮਾਤਮਾ ਦੀ ਖੋਜ ਵਿੱਚ, ਪਰਮਾਤਮਾ ਦੀ ਸਿਫਤ ਸਲਾਹ ਵਿੱਚ, ਕਣ ਕਣ ਵਿੱਚ ਉਹਨੂੰ ਦੇਖਣ ਵਿੱਚ। ਸਾਧ ਜਨਾ ਕੇ ਸੰਗ ਬਸਤ ਸੁਖ ਸਹਿਜ ਵਿਸਰਾਮ। ਹੇ ਭਾਈ ਕਹਿੰਦੇ, ਸਾਧ ਜਨਾ ਕੇ ਸੰਗ ਬਸਤ, ਗੁਰਮੁਖਾਂ ਦੀ ਸੰਗਤ ਵਿੱਚ ਟਿਕ ਕੇ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੁੰਦਾ ਹੈ। ਬਸ ਸੁਖ ਸਹਿਜ ਵਿਸਰਾਮ, ਮਨ ਨੂੰ ਸ਼ਾਂਤੀ ਮਿਲਦੀ। ਜਿਹੜਾ ਮਨ ਹੁਣ ਭਟਕਦਾ ਫਿਰਦਾ ਹੈ ਨਾ, ਇੰਨੀ ਸਪੀਡ ਹੈ ਕਿ ਇੱਕ ਖਿੰਨ ਵਿੱਚ ਵੀ 4 ਦਿਸ਼ਾ 'ਚ 10 ਦਿਸ਼ਾ 'ਚ ਘੁੰਮ ਆਉਂਦਾ ਹੈ, ਕਿਉਂਕਿ ਸਪੀਡ ਬਹੁਤ ਹੈ। ਭਟਕਦਾ ਫਿਰਦਾ ਦੁਨੀਆ ਦੇ ਵਿੱਚ, ਜਿਹੜੀ ਚੀਜ਼ ਦਾ ਨਾਮ ਲੈ ਦਿਓ ਇੱਥੋਂ ਉੱਥੇ ਪਹੁੰਚ ਜਾਂਦਾ। ਹੁਣੇ ਮੈਂ ਕਹਿਦਾ ਅੰਟਾਰਕਟਿਕਾ 'ਚ ਗਲੇਸ਼ੀਅਰ ਜਿਹੜਾ ਹੈਗਾ ਖਿਸਕ ਗਿਆ, ਉੱਥੇ ਗਲੇਸ਼ੀਅਰ ਕੋਲੇ ਪਹੁੰਚ ਜਾਣਾ ਇਹਨੇ, ਕਿਉਂਕਿ ਸਪੀਡ ਬਹੁਤ ਹੈ, ਭਟਕਦਾ ਬਹੁਤ ਹੈ। ਉਦੋਂ ਕਹਿੰਦੇ ਫਿਰ ਜਦੋਂ ਸੰਗਤ ਵਿੱਚ ਟਿਕ ਕੇ ਬੈਠਦੇ ਹਾਂ। ਹੁਣ ਸ਼ਬਦ ਗੁਰੂ ਨਾਲ ਸੰਗਤ ਹੋ ਰਹੀ ਹੈ ਸਾਡੀ, ਇਕਾਗਰਤਾ ਕਿੱਥੇ ਸਾਡੀ? ਗੁਰੂ ਦੀ ਗੱਲ ਪੜ੍ਹਨ ਸੁਣਨ ਦੇ ਵਿੱਚ। ਉਦੋਂ ਮਨ ਨਹੀਂ ਭਟਕੂਗਾ, ਫਿਰ ਮਨ ਨੂੰ ਸ਼ਾਂਤੀ ਆਉਂਦੀ ਹੈ। ਫਿਰ ਲੱਗਦਾ ਕਿ ਹੋਰ ਵਿਚਾਰ ਕਰੀਏ, ਗੁਰੂ ਸਾਹਿਬ ਨਾਲ ਹੋਰ ਗੱਲਾਂ ਕਰੀਏ, ਹੋਰ ਗੁਰੂ ਸਾਹਿਬ ਤੋਂ ਸੋਝ ਲਈਏ। ਉਦੋਂ ਮਨ ਦੀ ਇਹ ਇੱਛਾ ਹੁੰਦੀ ਹੈ। ਕਿਉਂ? ਕਿਉਂਕਿ ਇੱਥੇ ਟਿਕਿਆ ਹੋਇਆ, ਸਾਧ ਸੰਗਤ ਵਿੱਚ ਟਿਕਿਆ ਹੈ, ਸ਼ਬਦ ਗੁਰੂ ਦੀ ਸੰਗਤ ਵਿੱਚ ਟਿਕਿਆ ਹੋਇਆ। ਪਰ ਜਿਵੇਂ ਅਸੀਂ ਬਾਹਰ ਹੁੰਦੇ ਹਾਂ, ਵੈਸੇ ਮੇਰੇ ਵਰਗਾ ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਕੋਈ ਧਿਆਨ ਨਹੀਂ ਹੈ, ਕੋਈ ਵਿਚਾਰ ਵੱਲ ਧਿਆਨ ਨਹੀਂ, ਵੀ ਕਹਿ ਕੀ ਰਹੇ ਜਪਜੀ ਸਾਹਿਬ ਵਿੱਚ ਗੁਰੂ ਸਾਹਿਬ। ਉਦੋਂ ਫਿਰ ਮੇਰੇ ਵਰਗੇ ਨੂੰ ਪਤਾ ਨਹੀਂ ਚੱਲਦਾ ਕਦੋਂ ਸ਼ੁਰੂ ਹੋਇਆ ਅਤੇ ਕਦੋਂ ਖ਼ਤਮ ਵੀ ਹੋ ਗਿਆ। ਵਿੱਚ ਸਾਰੀਆਂ ਪੌੜੀਆਂ ਪੜ੍ਹੀਆਂ ਵੀ ਗਈਆਂ ਕਿ ਵਿੱਚੋਂ ਕੋਈ ਛੱਡ ਹੀ ਗਿਆ। ਉਦੋਂ ਕੁਛ ਨਹੀਂ ਪਤਾ ਹੁੰਦਾ, ਕਿਉਂਕਿ ਉਹ ਇੱਕ ਕਰਮ ਕਾਂਡ ਕਰ ਰਹੇ ਆ। ਇਸ ਲਈ ਉਹ ਕਹਿੰਦੇ ਸ਼ਬਦ ਗੁਰੂ ਨਾਲ ਸੰਗਤ ਕਰੋ। ਸੰਗਤ ਕੀ ਹੈ? ਜਦੋਂ ਅਸੀਂ 2 ਜਾਣੇ ਬੈਠੇ ਹਾਂ ਸੰਗਤ ਵਿੱਚ, ਇੱਕ ਦੂਜੇ ਦੀ ਗੱਲ ਕਹਿੰਦੇ ਹਾਂ ਤੇ ਸੁਣਦੇ ਹਾਂ। ਇੱਥੇ ਗੁਰੂ ਸਾਹਿਬ ਕਹੀ ਜਾਂਦੇ ਹੈ, ਪਰ ਅਸੀਂ ਸੁਣੀ ਨਹੀਂ ਜਾਂਦੇ। ਸੁਣਨਾ ਸਿੱਖੀਏ, ਸੰਗਤ ਕਰਨਾ ਸਿੱਖੀਏ। ਸੰਗਤ ਫਿਰ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ। ਨਹੀਂ ਤਾਂ ਮੇਰੇ ਵਰਗਾ ਹੀ ਕਹਿੰਦਾ ਰਹਿੰਦਾ, ਪਾਠ ਤਾਂ ਬਹੁਤ ਕਰਦੇ, ਮਨ ਨਹੀਂ ਲੱਗਦਾ। ਤਰੀਕਾ ਹੀ ਨਹੀਂ ਦਿੱਤਾ ਮਨ ਨੂੰ, ਅਸੀਂ ਕਿਵੇਂ ਮਨ ਲੱਗੂਗਾ? ਬਸ ਇੱਕ ਡਾਇਲੌਗ ਸੁਣ ਲੈਂਦੇ ਹਾਂ, ਕਿੱਥੇ ਕਰਮਾਂ ਤੋਂ ਬਿਨਾਂ ਮਨ ਲੱਗਦਾ ਹੈ। ਅਤੇ ਕਰਮ ਕਿਹਨੇ ਬਣਾਉਣੇ? ਕਰਮ ਵੀ ਅਸੀਂ ਬਣਾਉਣੇ। ਕਰਮ ਤਾਂ ਸਾਡੇ ਚੰਗੇ ਸੀ ਕਿ ਸਾਨੂੰ ਮਨੁੱਖਾ ਜੀਵਨ ਮਿਲਿਆ, ਅਸੀਂ ਪਿਛਲੇ ਕਰਮ ਕਮਾਏ ਸੀ ਤਾਂ ਸਾਨੂੰ ਇਹ ਜੋਨੀ ਮਿਲੀ ਹੈ। ਇਹ ਜੋਨੀ ਸੌਖੀ ਨਹੀਂ ਮਿਲੀ, ਪਿਛਲੇ ਕਰਮਾਂ ਦੇ ਸਦਕੇ ਹੀ ਮਿਲੀ ਹੈ। ਅਤੇ ਹੁਣ ਇਸ ਜਨਮ 'ਚ ਕੀ ਕਰਮ ਕਮਾ ਰਹੇ ਹਾਂ? ਉਸ ਪਰਮਾਤਮਾ ਕੋਲ ਜਾਣ ਦਾ ਮੌਕਾ ਮਿਲਿਆ, ਉਸ ਸੱਚਖੰਡ ਵਿੱਚ ਜਾਣ ਦਾ ਮੌਕਾ ਮਿਲਿਆ। ਅਤੇ ਇੱਥੋਂ ਹੁਣ ਜੇ ਹੱਥ ਛੁੱਟ ਗਿਆ ਤਾਂ ਫਿਰ ਪਤਾ ਨਹੀਂ ਕਿੰਨੇ ਕਰੋੜਾਂ ਸਾਲ ਅਸੀਂ ਭਟਕਦੇ ਰਹਾਂਗੇ। ਤਾਂ ਫਿਰ ਅਸੀਂ ਕਿਉਂ ਨਹੀਂ ਹਰ ਪਲ ਨੂੰ ਆਪਦੇ ਨੂੰ ਸੁਚੱਜਾ ਬਣਾਉਣ ਦੀ ਕੋਸ਼ਿਸ਼ ਕਰਦੇ? ਯਾਦ ਹੀ ਨਹੀਂ ਰਹਿੰਦੀਆਂ ਸਾਨੂੰ ਇਹ ਚੀਜ਼ਾਂ। ਹਾਂ, ਦੁਨਿਆਵੀ ਚੀਜ਼ਾਂ 'ਚ ਫਟਾਫਟ ਉਲਝ ਜਾਵਾਂਗੇ, ਫਿਰ ਸਾਡਾ ਮਨ ਐਂ ਦੌੜਦਾ ਹੈ। ਜੇ ਕੋਈ ਗੁੱਸੇ ਵਾਲਾ ਆ ਗਿਆ ਤਾਂ ਐਂ ਭਟਕਦਾ ਹੈ, ਜੇ ਕੋਈ ਖੁਸ਼ੀ ਵਾਲਾ ਆ ਗਿਆ ਫਿਰ ਖੁਸ਼ੀ 'ਚ ਨਹੀਂ ਸਮਾਉਂਦਾ। ਅਤੇ ਚਾਹੀਦਾ ਕੀ ਹੈ? ਮਨ ਨੂੰ ਚਾਹੀਦੀ ਹੈ ਸ਼ਾਂਤੀ, ਜੋ ਕੇਵਲ ਅਤੇ ਕੇਵਲ ਉਸ ਪਰਮਾਤਮਾ ਦੀ ਨਾਮ ਨਾਲ, ਸਿਫਤ ਸਲਾਹ ਨਾਲ, ਗੁਰਮਤਿਆਂ ਨਾਲ ਮਿਲਣੀ ਹੈ। ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ ਰਹਾਓ। ਬਾਰ ਬਾਰ ਗੁਰੂ ਸਾਹਿਬ ਸਮਝਾਉਂਦੇ ਰੋਜ਼ ਇੰਨੇ ਸੋਹਣੇ ਸ਼ਬਦਾਂ ਦੇ ਵਿੱਚ ਕਿ ਕਿਤੇ ਕੋਈ ਤਾਂ ਮੇਰੇ ਵਰਗੇ ਕਲਯੁਗ ਪਾਪੀ ਜੀ ਦੇ ਮਨ 'ਤੇ ਚੋਟ ਕਰ ਜਾਏ। ਗੁਰੂ ਸਾਹਿਬ ਦੇਖੋ ਕਿੰਨੀ ਸੋਹਣੀ ਰਹਾਓ ਵਾਲੀ ਪੰਕਤੀ ਕਹਿੰਦੇ, ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ। ਜੇ ਅੱਜ ਮੈਂ ਦਿਨ ਵੇਲੇ ਇਹ ਪੰਕਤੀ ਆਪਦੇ ਜ਼ਿਹਨ ਵਿੱਚ ਵਿਚਾਰਦੀ ਰਵਾਂ ਤਾਂ ਕਿੰਨਾ ਸਫਲ ਹੋ ਜਾਵੇ।
ਇੱਕ ਅੱਧੀ ਲਾਈਨ ਹੀ ਜਿਹੜੀ ਸੋਹਣੀ ਜੀ ਲੱਗੀ ਉਹਨੂੰ ਗੁਣਗੁਣਾਉਂਦੇ ਰਹੀਏ, ਉਹਦੇ 'ਤੇ ਵਿਚਾਰਾਂ ਮਨ ਨੂੰ ਕਰਵਾਉਂਦੇ ਰਹੀਏ ਤਾਂ ਬਹੁਤ ਫਰਕ ਪੈ ਜਾਣਾ ਸੰਗਤ ਜੀ। ਕਹਿੰਦੇ ਸਾਈ ਘੜੀ ਸੁਲੱਖਣੀ ਹੈ ਭਾਈ, ਉਹੀ ਭਾਗਾਂ ਵਾਲੀ ਘੜੀ ਹੈ ਜਦੋਂ ਸਿਮਰਤ ਹਰ ਨਾਮ। ਮਨੁੱਖ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਸਿਮਰਦਾ ਹੈ। ਹੁਣ 24 ਘੰਟੇ ਤਾਂ ਅਸੀਂ ਸੰਗਤ ਵਿੱਚ ਨਹੀਂ ਬੈਠ ਸਕਦੇ, ਕੰਮ ਕਾਜ ਵੀ ਕਰਨੇ ਆ। ਗੁਰਮੁਖਾਂ ਦੀ ਸੰਗਤ ਕੀ ਹੈ? ਗੁਰੂ ਦੇ ਸ਼ਬਦ ਦੀ ਸੰਗਤ ਹੀ ਗੁਰਮੁਖਾਂ ਦੀ ਸੰਗਤ ਹੈ। ਕਦੇ ਸਾਨੂੰ ਇਕੱਠੇ ਬੈਠ ਕੇ ਮੌਕਾ ਮਿਲਦਾ, ਅਸੀਂ ਵਿਚਾਰ ਵਟਾਂਦਰਾ ਕਰਦੇ ਹਾਂ ਸ਼ਬਦ ਗੁਰੂ ਦਾ, ਉਸ ਅਕਾਲ ਪੁਰਖ ਦੀ ਸਿਫਤ ਸਲਾਹ ਦਾ, ਉਹ ਵੀ ਗੁਰਮੁਖਾਂ ਦੀ ਸੰਗਤ ਹੈ। ਪਰ ਜਿਹੜੀ 24 ਘੰਟੇ ਨਹੀਂ ਪੋਸੀਬਲ, ਉਦੋਂ ਕਿਹੜੀ ਸੰਗਤ ਹੈ? ਉਦੋਂ ਅਸੀਂ ਸ਼ਬਦ ਗੁਰੂ ਨਾਲ ਗੱਲਾਂ ਕਰਦੇ ਹਾਂ। ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ, ਉਦੋਂ ਕਹਿੰਦੇ ਹੈ ਵਾਹਿਗੁਰੂ ਸਿਮਰਾ ਲਓ ਆਪਦਾ ਨਾਮ। ਵਾਹਿਗੁਰੂ ਨਾਲ ਜਦੋਂ ਸਿੱਧੀਆਂ ਗੱਲਾਂ ਕਰਦੇ ਹਾਂ ਉਹ ਵੀ ਸੰਗਤ ਹੈ। ਪ੍ਰਗਟ ਪਏ ਸੰਸਾਰ ਮੈਂ ਫਿਰ ਤਹਿ ਪਹਿਨਾਮ। ਪਹਿਨਾਮ ਮਤਲਬ ਲੁਕੇ ਹੋਏ, ਜਿਹਨੂੰ ਕੋਈ ਨਹੀਂ ਜਾਣਦਾ ਬੁੱਝਦਾ। ਪ੍ਰਗਟ ਪਏ ਸੰਸਾਰ ਮੈਂ, ਹੇ ਭਾਈ ਕਹਿੰਦੇ ਜਿਹੜੇ ਮਨੁੱਖਾਂ ਨੂੰ ਪਹਿਲਾਂ ਕੋਈ ਨਹੀਂ ਜਾਣਦਾ ਸੀ, ਸੰਸਾਰ 'ਚ ਕੋਈ ਨਹੀਂ ਸਿਆਣਦਾ ਸੀ, ਕਹਿੰਦੇ ਸਾਧ ਸੰਗਤ ਵਿੱਚ ਟਿਕ ਕੇ ਸਿਮਰਨ ਦੀ ਬਰਕਤ ਨਾਲ, ਉਸ ਅਕਾਲ ਪੁਰਖ ਦੀ ਸਿਫਤ ਸਲਾਹ ਨਾਲ ਉਹ ਜਗਤ ਵਿੱਚ ਜਾਣੇ ਜਾਣ ਲੱਗ ਗਏ। ਫਿਰ ਤੇ ਪਹਿਨਾਮ, ਜਿਹੜੇ ਪਹਿਲਾਂ ਬਿਨਾਂ ਨਾਮ ਦੇ ਕਿਸੇ ਨੂੰ ਕੋਈ ਨਹੀਂ ਜਾਣਦਾ ਸੀ ਵੀ ਕੌਣ ਹੈ, ਤੇ ਕਹਿੰਦੇ ਉਹ ਜਗਤ ਵਿੱਚ ਨਾਮਨੇ ਵਾਲੇ ਹੋ ਗਏ, ਨਾਮ ਖੱਟ ਕੇ ਚਲੇ ਗਏ। ਨਾਮਦੇਵ ਜੀ, ਪ੍ਰਹਿਲਾਦ ਜੀ, ਕਿੰਨੀਆਂ ਐਗਜ਼ਾਮਪਲਾਂ ਜਿਹੜੇ ਨਾਮ ਖੱਟ ਕੇ ਚਲੇ ਗਏ। ਅੱਜ ਵੀ ਉਹਨਾਂ ਦਾ ਨਾਮ ਚੜ੍ਹਦੀ ਕਲਾ 'ਚ ਸਦਾ ਹੀ ਰਹੂਗਾ। ਨਾਨਕ ਤਿਸ ਸਰਨਾਗਤੀ ਘਟ ਘਟ ਸਭ ਜਾਨ। ਪੰਜਵੇਂ ਨਾਨਕ ਸੋਝੀ ਬਖਸ਼ਿਸ਼ ਕਰਦੇ ਹੈ ਕਿ ਸਾਧ ਸੰਗਤ ਦਾ ਆਸਰਾ ਲੈ ਕੇ ਉਸ ਪਰਮਾਤਮਾ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ। ਨਾਨਕ ਤਿਸ ਸਰਨਾਗਤੀ, ਉਹਦੀ ਸ਼ਰਨ ਵਿੱਚ ਘਟ ਘਟ ਸਭ ਜਾਨ, ਜਿਹੜਾ ਹਰੇਕ ਜੀਵ ਦੇ ਹਿਰਦੇ ਦੀ ਹਰੇਕ ਗੱਲ ਜਾਣਨ ਵਾਲਾ ਹੈ, ਉਹਦੀ ਸ਼ਰਨ ਵਿੱਚ। ਜਿਹੜਾ ਘੱਟ ਘੱਟ ਦੀ ਜਾਣਦਾ ਹੈ, ਘੱਟ ਕੀ ਹੈ? ਘੱਟ ਸਾਡਾ ਸਰੀਰ ਹੀ ਹੈ। ਸਾਡਾ ਅਸੀਂ ਜਦੋਂ ਕੋਈ ਵੀ ਬੁਰੇ ਕੰਮ ਕਰਦੇ ਹਾਂ ਨਾ, ਸਾਨੂੰ ਲੱਗਦਾ ਕਿਹੜਾ ਕੋਈ ਵੇਖਦਾ। ਮਨ ਦੇ ਵਿੱਚ ਕੂੜ ਕਮਾਈ ਜਾਵਾਂ ਕਿਸੇ ਦੇ ਪ੍ਰਤੀ, ਉੱਤੋਂ ਉੱਤੋਂ ਹੱਸ ਹੱਸ ਕੇ ਗੱਲਾਂ ਕਰੀ ਜਾਵਾਂ, ਅੰਦਰੋਂ ਜੈਲਸੀ ਰੱਖੀ ਜਾਵਾਂ, ਕੂੜ ਰੱਖੀ ਜਾਵਾਂ ਉਹਦੇ ਪ੍ਰਤੀ। ਪਰ ਧਿਆਨ ਰਵੇ ਕਿ ਉਹ ਪਰਮਾਤਮਾ ਅੰਦਰ ਹੀ ਬੈਠਾ, ਉਹ ਜਾਣ ਰਿਹਾ ਹੁੰਦਾ ਕਿ ਕਿੰਨੇ ਖੋਟੇ ਕਰਮ ਉਸ ਵੇਲੇ ਅਸੀਂ ਕਰ ਰਹੇ ਹੁੰਦੇ ਜਦੋਂ ਅਸੀਂ ਕਿਸੇ ਦਾ ਵੀ ਬੁਰਾ ਤੱਕਦੇ ਹਾਂ, ਕਿਸੇ ਬਾਰੇ ਵੀ ਬੁਰਾ ਸੁਣਦੇ ਹਾਂ, ਕਿਸੇ ਬਾਰੇ ਵੀ ਬੁਰਾ ਸੋਚਦੇ ਹਾਂ। ਮਨ ਨੂੰ ਉਦੋਂ ਬੜਾ ਚੰਗਾ ਲੱਗਦਾ ਜਿਹਦੇ ਨਾਲ ਤੁਹਾਡੀ ਬਣਦੀ ਨਹੀਂ ਨਾ, ਕੋਈ ਉਹਦੀ ਬੁਰਾਈ ਆ ਕੇ ਤੁਹਾਡੇ ਕੋਲੇ ਕਰੇ, ਠੀਕ ਹੈ, ਉਹਦੀ ਕੋਈ ਢਹਿੰਦੀ ਕਲਾ ਵਾਲੀ ਗੱਲ ਕਰੇ ਤਾਂ ਮਨ ਨੂੰ ਬੜਾ ਚਾਅ ਚੜ੍ਹਦਾ। ਪਰ ਮਨ ਨੂੰ ਉਦੋਂ ਸੋਝੀ ਆਪਾਂ ਦੇਣੀ ਹੈ, ਭਾਈ ਅੰਦਰ ਪਰਮਾਤਮਾ ਵੇਖ ਰਿਹਾ, ਮਾੜੇ ਕਰਮ ਨਾ ਕਰ। ਉਹਦੀਆਂ ਉਹ ਜਾਣੇ ਜੋ ਬੁਰਾ ਕਰ ਰਿਹਾ, ਜੋ ਤੁਹਾਡੀ ਨਿੰਦਾ ਕਰ ਰਿਹਾ, ਜੋ ਤੁਹਾਡੇ ਬਾਰੇ ਬੁਰਾ ਸੋਚ ਰਿਹਾ, ਉਹਦੀਆਂ ਉਹ ਜਾਣੇ। ਆਪਾਂ ਕਿਉਂ ਬੁਰਾ ਸੋਚ ਕੇ ਆਪਦੇ ਕਰਮ ਖੋਟੇ ਕਰੀਏ? ਸੋਚੋ ਕਿ ਵਾਹਿਗੁਰੂ ਨੇ ਇਸੇ ਕੰਮ 'ਤੇ ਲਾਇਆ ਉਹਨਾਂ ਨੂੰ, ਚਲੋ ਕੋਈ ਗੱਲ ਨਹੀਂ, ਇੱਥੇ ਕੰਮ ਖਤਮ ਹੋ ਗਿਆ ਸੀਗਾ, ਅਤੇ ਹੋ ਜਾਓ ਫਿਰ ਉਸ ਪਰਮਾਤਮਾ ਦੀ ਸਿਲਸਿਲਾ ਵਾਸਤੇ ਕਿ ਵਾਹਿਗੁਰੂ ਤੇਰੇ ਨਿਆਰੇ ਨਿਆਰੇ ਨਜ਼ਾਰੇ ਤੂੰ ਹੀ ਜਾਣਦਾ, ਘੱਟ ਘੱਟ ਤੇ ਜਾਣਦਾ। ਔਖਾ ਕੰਮ ਨਹੀਂ ਹੈ। ਜਦੋਂ ਇਸ ਤਰ੍ਹਾਂ ਸ਼ਬਦ ਗੁਰੂ ਨਾਲ ਗੱਲਾਂ ਕਰ ਕਰਕੇ ਅਸੀਂ ਵਿਚਾਰ ਸੋਚ ਮੰਡਲ 'ਚ ਜਾਂਦੇ ਹਾਂ ਨਾ, ਫਿਰ ਮਾੜੇ ਵਿਚਾਰ ਮਨੋਂ ਕੱਢਣੇ ਔਖੇ ਨਹੀਂ ਹੈ, ਹੋ ਜਾਂਦੀ ਹੈ ਬਖਸ਼ਿਸ਼ ਉਸ ਵਾਹਿਗੁਰੂ ਦੀ। ਪਰ ਪ੍ਰੈਕਟਿਸ ਕਰਨੀ ਪਊਗੀ ਸਾਧ ਸੰਗਤ ਜੀ, ਸਾਰੇ ਰਲ ਮਿਲ ਕੇ ਆਪਦੇ ਵਾਸਤੇ ਪ੍ਰੈਕਟਿਸ ਕਰੀਏ ਕਿ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਕਰਨ ਦੇ ਯੋਗ ਹੋ ਸਕੀਏ। ਅਰਦਾਸਾਂ ਬੇਨਤੀਆਂ ਅਸੀਂ ਕਰਨੀਆਂ, ਬਖਸ਼ਿਸ਼ ਉਸ ਅਕਾਲ ਪੁਰਖ ਨੇ ਕਰਨੀ ਹੈ। ਹੇ ਸਰਵ ਕਲਾ ਸਮਰੱਥ ਦਾਤਿਆ, ਕਿਰਪਾ ਕਰੋ, ਮਿਹਰ ਕਰੋ, ਸਾਰੀ ਪੜ੍ਹਨ ਸੁਣਨ ਵਾਲੀ ਸੰਗਤ ਨੂੰ ਆਪ ਜੋ ਸੋਝੀ ਬਖਸ਼ਿਸ਼ ਕਰ ਦਿਓ, ਸਾਨੂੰ ਉਹ ਸੋਝੀ ਲੈ ਕੇ ਕਮਾਉਣੀ ਆ ਜਾਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਬਾਣੀ ਵਿਚਾਰ ਕਰਦੇ ਅਨੇਕਾਂ ਗਲਤੀਆਂ ਹੋਈਆਂ ਹੋਣੀਆਂ, ਆਪ ਅਣਜਾਣ ਜਾਣ ਕੇ ਮਾफ़ ਕਰ ਦੇਣਾ। ਮੰਗੀਏ ਮੇਰੇ ਪਿਆਰੇ ਤੋਂ ਕਿਸੇ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਤੇਰਾ ਨਾਮ ਚਿਤਾ ਜੀ, ਜਿਨ੍ਹਾਂ ਨੂੰ ਮਿਲ ਕੇ
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तेरी बातें अबर न तेरी बातें।